ਰੋਜ਼ਾਨਾ ਲੋਕਨਾਥ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਤੇ ਇਸ ਸੰਘਰਸ਼ ਦੇ ਵਿੱਚ ਦੇਸ਼ ਦੇ ਪੰਜਾਬ ਦੇ ਤੇ ਦੇਸ਼ ਤੋਂ ਬਾਹਰ ਜਿਹੜੇ ਵਸਦੇ ਪੰਜਾਬੀ ਕਿਸਾਨ ਜਾਂ ਆਮ ਲੋਕ ਨੇ ਉਹਨਾਂ ਦੀਆਂ ਨਿਗਾਹਾਂ ਜਿਹੜੀਆਂ ਟਿਕੀਆਂ ਹੋਈਆਂ ਨੇ ਉਹ ਕਿਸਾਨੀ ਸੰਘਰਸ਼ ਦੇ ਉੱਪਰ ਟਿਕੀਆਂ ਹੋਈਆਂ ਨੇ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਿ ਗੱਲਬਾਤ ਇਹ ਵੀ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਲੱਗ ਸਕਦੀ ਹੈ, ਇਸ ਦੀ ਚਰਚਾ ਹੈ। ਔਰ ਦੂਜੇ ਪਾਸੇ ਜਿਹੜੇ ਦਲਜੀਤ ਦੋਸਾਂਝ ਨੇ ਉਹ ਕਿਸਾਨਾਂ ਦੀ ਮਦਦ ਕਰਕੇ ਕਿਵੇਂ ਫਸ ਗਏ ਨੇ ਉਹ ਵੀ ਉਹਦੇ ਤੇ ਗੱਲਬਾਤ ਕਰਾਂਗੇ। ਤੇ ਠੰਡ ਦੇ ਵਿੱਚ ਕਿਹੜੇ ਮੁਸ਼ਕਲਾਤਾਂ ਦੇ ਵਿੱਚ ਲੋਕ ਇੱਥੇ ਕਿਸਾਨੀ ਸੰਘਰਸ਼ ਨੂੰ ਜਾਰੀ ਰੱਖੇ ਹੋਏ ਨੇ, ਨਾਲ ਹੀ ਨਾਲ ਇੱਥੇ ਜਿਹੜੀਆਂ ਮੌਤਾਂ ਹੋ ਰਹੀਆਂ ਉਹਨਾਂ ਬਾਰੇ ਗੱਲਬਾਤ ਕਰਾਂਗੇ। ਤੇ ਗੱਲਬਾਤ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ PS ਭੋਗਲ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭੋਗਲ ਸਾਹਿਬ, ਸਵਾਗਤ ਹੈ ਰੋਜ਼ਾਨਾ ਲੋਕਨਾਥ ਟੀਵੀ ਦੇ ਵਿੱਚ। ਧੰਨਵਾਦ ਸੁਖਵਿੰਦਰ। ਤੇ ਮੈਂ ਆਪਣੇ ਰੋਜ਼ਾਨਾ ਲੋਕਨਾਥ ਦੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਕਰਦਾ ਤੇ ਆਪਾਂ ਕਿਸਾਨਾਂ ਦੇ ਮਸਲਿਆਂ ਤੇ ਜੋ ਸਾਰਾ ਕੁਝ ਚੱਲ ਰਿਹਾ, ਜਦੋਂ ਚੱਲ ਰਹੀ ਹੈ, ਉਸ ਦੇ ਬਾਰੇ ਚਰਚਾ ਕਰਾਂਗੇ। ਤੇ ਜੀ ਪਹਿਲਾਂ ਤੁਸੀਂ ਕਿਹੜੀ ਗੱਲ? ਭੋਗਲ ਸਾਹਿਬ, ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੀਆਂ ਲਗਾਤਾਰ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ, ਲੋਕ ਇੱਥੇ ਪਹੁੰਚ ਰਹੇ ਨੇ। ਬੇਸ਼ੱਕ ਠੰਡ ਦਾ ਮਾਹੌਲ ਹੈ, ਮੌਸਮ ਵੀ ਜਿਹੜਾ ਬਦਲ ਚੁੱਕਿਆ, ਬਹੁਤ ਜ਼ਿਆਦਾ ਬਾਰਿਸ਼ ਦਾ ਮਾਹੌਲ ਹੈ, ਤੁਸੀਂ ਦੇਖ ਸਕਦੇ ਹੋ। ਆਪਾਂ ਤਸਵੀਰਾਂ ਦੇ ਵਿੱਚ ਵੱਖ ਵੱਖ ਚੈਨਲਾਂ ਦੇ ਉੱਪਰ ਦੇਖ ਰਹੇ ਹਾਂ। ਚਲੋ ਅਸੀਂ ਤਾਂ ਇੱਥੇ ਹੀ ਮੌਜੂਦ ਹਾਂ। ਤੇ ਕਿਵੇਂ ਦੇਖਦੇ ਹੋ ਕਿ ਲੋਕਾਂ ਦੇ ਇਸ ਸੰਘਰਸ਼ ਨੂੰ, ਫਿਰ ਵੀ ਇੰਨੀ ਮੁਸ਼ਕਿਲਾਤਾਂ ਦੇ ਵਿੱਚ ਬੈਠ ਕੇ ਇੱਥੇ ਡਟੇ ਹੋਏ ਨੇ ਤੇ ਫਿਰ ਵੀ ਜਿਹੜੀ ਹੈਗੀ ਆ ਕੇਂਦਰ ਦੇ ਕੰਨ ਦੇ ਉੱਪਰ ਜੂੰ ਨਹੀਂ ਸਰਕ ਰਹੀ ਤੇ ਜਿਹੜੀਆਂ ਮੌਤਾਂ ਇੱਥੇ ਹੋ ਰਹੀਆਂ ਨੇ, ਇੱਕ ਪਾਸੇ ਜਿਹੜੇ ਇਹਨਾਂ ਦੇ ਲੀਡਰ ਕਹਿ ਰਹੇ ਨੇ ਕਿ ਇੱਥੇ ਪਿਕਨਿਕ ਮਨਾਉਣ ਲਈ ਇਹ ਲੋਕ ਪਹੁੰਚੇ ਹੋਏ ਨੇ, ਤੇ ਦੂਜੇ ਪਾਸੇ ਜਿਹੜੀਆਂ ਮੌਤਾਂ ਲਗਾਤਾਰ ਹੋ ਰਹੀਆਂ ਨੇ ਕਿ ਪਿਕਨਿਕ ਤੇ ਮੌਤਾਂ ਹੁੰਦੀਆਂ ਨੇ, ਕਿ ਜਿਸ ਤਰੀਕੇ ਦੇ ਇੱਥੇ ਹਾਲਾਤ ਬਣੇ ਹੋਏ ਨੇ, ਸਭ ਤੋਂ ਪਹਿਲਾਂ ਉਹ ਕਿਵੇਂ ਦੇਖਦੇ? ਸੁਖਵਿੰਦਰ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਹਾਲਾਤ ਬਹੁਤ ਗੰਭੀਰ, ਬੜੇ ਚਿੰਤਿਤ ਔਰ ਬੜੇ ਸ਼ਰਮਸਾਰ ਵੀ ਮੈਂ ਉਹਨਾਂ ਨੂੰ ਕਹਾਂਗਾ ਬਣੇ ਹੋਏ ਨੇ। ਗੰਭੀਰ ਇਸ ਕਰਕੇ ਕਿ ਸਾਡੇ ਲੋਕ, ਕਿਸਾਨ, ਪਿੰਡਾਂ ਦੇ ਲੋਕ, ਨਾ ਸਿਰਫ ਪੰਜਾਬ ਤੋਂ, ਹਰਿਆਣੇ ਤੋਂ, ਦੂਸਰੇ ਰਾਜਾਂ ਤੋਂ ਵੀ ਹੁਣ ਜਿਹੜੇ ਹੈ ਉਹ ਬਾਹਰ ਨਿਕਲੇ ਨੇ, ਕਿਉਂਕਿ ਉਹਨਾਂ ਦੇ ਜਿਹੜਾ ਹੈ ਜ਼ਿੰਦਗੀ ਔਰ ਮੌਤ ਦਾ ਸਵਾਲ ਪੈਦਾ ਹੋਇਆ। ਉਹਨਾਂ ਦਾ ਸਾਰਾ ਜਿਹੜਾ ਆਰਥਿਕ ਢਾਂਚਾ ਹੈ ਇਹਨਾਂ ਬਿੱਲਾਂ ਦੇ ਨਾਲ ਉਹ ਅਸਰਅੰਦਾਜ਼ ਹੋਇਆ ਔਰ ਇਸ ਕਰਕੇ ਉਹ ਚਿੰਤਾ ਦੇ ਵਿੱਚ ਮਜਬੂਰੀ ਦੇ ਮਾਰੇ ਨਿਕਲੇ ਨੇ। ਨਹੀਂ ਤਾਂ ਕੋਈ ਵੀ ਜਿਹੜਾ ਹੈ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਕਿਉਂ ਇਸ ਤਰੀਕੇ ਨਾਲ ਜਿਹੜਾ ਹੈਗਾ ਉਹ ਸੈਂਕੜੇ ਕਿਲੋਮੀਟਰ ਦੂਰ ਘਰਾਂ ਤੋਂ ਦੇਸ਼ ਦੀ ਰਾਜਧਾਨੀ ਦੇ ਆਲੇ ਦੁਆਲੇ ਇਸ ਤਰ੍ਹਾਂ ਆ ਕੇ ਲੋਕ ਬੈਠਣਗੇ। ਇਹ ਕੋਈ ਆਮ ਹਾਲਾਤ ਨਹੀਂ ਹੁੰਦੇ। ਇਹ ਕੋਈ ਹਾਲਾਤ ਦੀ ਇੰਨੀ ਮਜਬੂਰੀ ਹੋਈ ਹੈ ਕਿ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਮਜਬੂਰਨ ਨਿਕਲਣਾ ਪਿਆ, ਮਜਬੂਰਨ ਇਸ ਠੰਡੇ ਮੌਸਮ ਦੇ ਵਿੱਚ, ਇਸ ਠੰਡੇ ਮੌਸਮ ਦੀ ਜਿਹੜੀ ਮਾਰ ਹੈ ਉਹ ਝੱਲਣੀ ਪੈ ਰਹੀ ਹੈ। ਤੋ ਬੜਾ ਹੀ ਚਿੰਤਾਜਨਕ ਵਿਸ਼ਾ ਹੈ। ਸ਼ਰਮਸਾਰ ਇਸ ਕਰਕੇ ਮੈਂ ਇਹਨੂੰ ਕਿਹਾ ਕਿ ਇੰਨੇ ਦਿਨਾਂ ਤੋਂ, 100 ਦਿਨ ਤੋਂ ਉੱਪਰ ਹੋ ਚੁੱਕਾ ਹੈ ਇਹ ਸਾਰਾ ਜਿਹੜਾ ਪ੍ਰੋਟੈਸਟ ਹੈ, ਇਹ ਸਾਰਾ ਜਿਹੜਾ ਅੰਦੋਲਨ ਹੈ ਉਹ ਚੱਲ ਰਿਹਾ। ਮਹੀਨਾ ਪਹਿਲਾਂ ਇਹ ਲੋਕ ਜਿਹੜੇ ਹੈ ਆਪਣੇ ਸਟੇਟਸ ਤੋਂ, ਪਹਿਲਾਂ ਪੰਜਾਬ ਨੇ ਪਹਿਲ ਕੀਤੀ, ਬੈਰੀਅਰ ਤੋੜ ਕੇ ਹਰਿਆਣਾ ਕ੍ਰੋਸ ਕਰਕੇ ਦਿੱਲੀ ਆਏ। ਹਰਿਆਣੇ ਦੇ ਕਿਸਾਨਾਂ ਨੇ ਪੂਰਾ ਮੋਢੇ ਦੇ ਨਾਲ ਮੋਢਾ ਲਾ ਕੇ ਸਾਥ ਦਿੱਤਾ, ਪੰਜਾਬ ਨੂੰ ਵੱਡਾ ਭਰਾ ਕਿਹਾ। ਦੂਸਰੇ ਰਾਜਾਂ ਤੋਂ ਜਿਹੜੇ ਕਿਸਾਨ ਉਹ ਆਏ। ਲੇਕਿਨ ਸਾਡੀ ਜਿਹੜੀ ਸਰਕਾਰ ਹੈ, ਕੇਂਦਰ ਸਰਕਾਰ, ਜਿਹਦੀ ਸਭ ਤੋਂ ਬੜੀ ਜ਼ਿੰਮੇਵਾਰੀ ਹੈ ਇਸ ਤੇ ਸਾਰੇ ਮਸਲੇ ਦੇ ਉੱਤੇ, ਉਹਨਾਂ ਦਾ ਜਿਹੜਾ ਰਿਸਪੌਂਸ ਹੈ, ਉਹਨਾਂ ਦਾ ਜਿਹੜਾ ਇਸ ਪ੍ਰਤੀ ਵਰਤਾਰਾ ਹੈ ਔਰ ਜਿਹੜੀ ਪੋਲੀਟੀਕਲ ਪਾਰਟੀ ਨਾਲ ਉਹ ਸੰਬੰਧ ਰੱਖਦੇ ਉਹਨਾਂ ਦੇ ਲੀਡਰਸ ਦਾ ਜਿਹੜਾ ਵਰਤਾਰਾ ਹੈ ਉਹ ਬੜਾ ਹੀ ਸ਼ਰਮਸਾਰ ਰਿਹਾ। ਪਹਿਲਾਂ ਤਾਂ ਉਹ ਤੁਸੀਂ ਵੀ ਸੁਣਿਆ, ਸਾਡੇ ਦਰਸ਼ਕਾਂ ਨੇ ਸੁਣਿਆ, ਕਦੇ ਕਿਸੇ ਨੇ ਕਿਹਾ ਕਿ ਨੈਕਸਲਾਈਟ ਨੇ, ਕਿਸੇ ਨੇ ਕਿਹਾ ਇਹ ਖਾਲਿਸਤਾਨੀ ਨੇ, ਕਿਸੇ ਨੇ ਕਿਹਾ ਇਹ ਕੋਈ ਹੋਰ ਕਿਸੇ ਵਿਦੇਸ਼ੀ ਤਾਕਤ ਦੇ ਸਿਰ ਦੇ ਉੱਤੇ ਤੁਰ ਰਹੇ ਨੇ। ਹੁਣ ਮੈਂ ਦੇਖਿਆ ਕਿ ਪੰਜਾਬ ਦੇ ਹੀ ਇੱਕ ਬੜੇ ਲੀਡਰ ਨੇ, BJP ਦੇ, ਪਿਛਲੀ ਬਾਦਲ ਸਰਕਾਰ ਦੇ ਵਿੱਚ ਉਹ ਮਿਨਿਸਟਰ ਵੀ ਸੀਗੇ ਫੋਰੈਸਟ ਡਿਪਾਰਟਮੈਂਟ ਦੇ, ਦੀਪਚੰਦ ਸੂਦ, ਉਹਨਾਂ ਨੇ ਕਹਿ ਦਿੱਤਾ ਕਿ ਕਿਸਾਨ ਉੱਥੇ ਪਿਕਨਿਕ ਮਨਾਉਣ ਗਏ ਹੋਏ ਆ। ਤਾਂ ਇਸ ਤੋਂ ਵੱਡੀ ਜਿਹੜੀ ਹੈ ਬੇਸ਼ਰਮੀ ਦੀ ਔਰ ਮਤਲਬ ਮਾੜੀ ਗੱਲ ਨਹੀਂ ਹੋ ਸਕਦੀ ਕਿ ਤੁਹਾਡੇ ਦੇਸ਼ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਅੰਦੋਲਨ 'ਚ ਉਤਰਿਆ ਹੋਇਆ। ਔਰ ਸਾਡੇ ਮਤਭੇਦ ਹੋ ਸਕਦੇ ਆ, ਨੋ ਡਾਊਟ, ਲੇਕਿਨ ਅਸੀਂ ਜਿਹੜਾ ਹੈ ਉਹਨਾਂ ਨੂੰ ਇਸ ਤਰੀਕੇ ਨਾਲ ਪ੍ਰੋਵੋਕ ਕਰਦੇ ਹਾਂ ਕਹਿ ਕੇ ਕਿ ਉਹ ਕੋਈ ਪਿਕਨਿਕ ਮਨਾਉਣ ਗਏ ਹੋਏ ਨੇ ਜਾਂ ਉੱਥੇ ਉਹ ਖਾਣ ਪੀਣ ਗਏ ਹੋਏ ਨੇ, ਜਿਸ ਤਰ੍ਹਾਂ ਪਹਿਲਾਂ ਵੀ ਕਈ ਲੋਕਾਂ ਨੇ ਇਸ ਤਰ੍ਹਾਂ ਬੋਲਿਆ ਕਿ ਉੱਥੇ ਤਾਂ ਜਿਹੜਾ ਹੈ ਉਹ ਮੇਲੇ ਲੱਗ ਰਹੇ ਨੇ। ਸੋ ਇਹ ਬਹੁਤ ਹੀ ਜਿਹੜੀ ਹੈ ਇੱਕ ਅਜੀਬੋ ਗਰੀਬ ਸਥਿਤੀ ਬਣੀ ਹੋਈ ਹੈ। ਮੈਂ ਨਹੀਂ ਸਮਝਦਾ ਕਿ ਇੱਕ ਹੀ ਦੇਸ਼ ਦੇ ਵਿੱਚ ਕੁਛ ਇਸ ਤਰ੍ਹਾਂ ਦੇ ਲੋਕ ਹੋਣਗੇ ਜਿਹੜੇ ਬਿਲਕੁਲ ਦੂਸਰਿਆਂ ਪ੍ਰਤੀ ਇਸ ਤਰ੍ਹਾਂ ਅਨਕਨਸਰਨ ਮਹਿਸੂਸ ਕਰ ਰਹੇ ਨੇ, ਖਾਸ ਤੌਰ 'ਤੇ ਉਹਨਾਂ ਲੋਕਾਂ ਪ੍ਰਤੀ ਜਿਨ੍ਹਾਂ ਨੇ ਹਮੇਸ਼ਾ ਹੀ, ਜਦੋਂ ਵੀ ਇਸ ਦੇਸ਼ 'ਤੇ ਕੋਈ ਕੁਦਰਤੀ ਆਪਦਾ ਆਈ ਹੈ, ਕੋਈ ਜਿਸ ਤਰ੍ਹਾਂ ਕੋਵਿਡ ਵੇਲੇ ਵੀ ਹੋਇਆ, ਉਸ ਤੋਂ ਪਹਿਲਾਂ ਵੀ ਹੋਇਆ, ਦੇਸ਼ ਦੇ ਦੂਰ ਦੁਰਾਡੇ ਹਿੱਸਿਆਂ 'ਚ ਭਾਗਾਂ 'ਚ ਜਾ ਕੇ ਲੰਗਰ ਲਗਾਇਆ, ਹੋਰ ਹੈਲਪ ਦਿੱਤੀ।
ਤੇ ਅਜਿਹੇ ਲੋਕਾਂ ਦੇ ਵਾਸਤੇ, ਕਿਸਾਨਾਂ ਵਾਸਤੇ ਇਹੋ ਜਿਹੀ ਲੈਂਗੁਏਜ ਵਰਤਣੀ ਮਜਬੂਰੀ ਦੇ ਮਾਰੇ ਜਿਹੜੇ ਐਜੀਟੇਸ਼ਨ ਦੇ ਉੱਤੇ ਆਏ ਹੋਏ ਨੇ, ਇਹ ਬਹੁਤ ਹੀ ਮਾੜੀ ਗੱਲ ਹੈ ਆਪਣੇ ਆਪ ਦੇ ਵਿੱਚ। ਸੋ ਹਾਲਾਤ ਚੰਗੇ ਨਹੀਂ ਹੈ। ਦੇਖਣਾ ਤਾਂ ਇਹਨੂੰ ਮਤਲਬ ਚਿੰਤਾ ਹੀ ਹੋ ਰਹੀ ਹੈ ਬਤੌਰ ਇਸ ਦੇਸ਼ ਦੇ ਇੱਕ ਨਾਗਰਿਕ ਹੋਣ ਦੇ ਨਾਤੇ, ਇੱਕ ਪੋਲੀਟੀਕਲੀ ਇੱਕ ਸਜਗ ਵਿਅਕਤੀ ਹੋਣ ਦੇ ਨਾਤੇ ਬਹੁਤ ਚਿੰਤਾ ਹੈ ਮੈਨੂੰ, ਔਰ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਹੈ ਉਹ ਮੇਰੀ ਚਿੰਤਾ ਨਾਲ ਸਹਿਮਤ ਨੇ ਹੋਣਗੇ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਕਿਸ ਪਾਸੇ ਨੂੰ ਇਹ ਦੇਸ਼ ਜਾ ਰਿਹਾ। ਇਹ ਸਵਾਲ ਸਾਰਿਆਂ ਦੇ ਮੂਹਰੇ ਮੂੰਹ ਵੱਡੀ ਖੜਾ ਹੈ। ਇਹੀ ਸਭ ਤੋਂ ਬੜੀ ਚਿੰਤਾ ਦਾ ਵਿਸ਼ਾ ਹੈ ਇਸ ਵੇਲੇ। ਜੀ, ਇੱਕ ਹੋਰ ਨਵੀਂ ਚਰਚਾ ਛਿੜ ਗਈ ਹੈ। ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕੀਤਾ ਹੈ, ਉਸਨੂੰ ਫਿਰ ਆਪਣੀ ਫੇਸਬੁੱਕ 'ਤੇ ਪੋਸਟ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇੱਕ ਖਦਸ਼ਾ ਜਤਾਇਆ ਕਿ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਹੈਗੇ ਰਾਸ਼ਟਰਪਤੀ ਰਾਜ ਲਾਉਣ ਦੀ ਵਿਉਂਤ ਘੜੀ ਜਾ ਰਹੀ ਹੈ। ਵੱਖ-ਵੱਖ ਕਾਰਨ ਦੱਸੇ ਜਾ ਰਹੇ ਨੇ। ਜਾਣ ਬੁੱਝ ਕੇ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਦੱਸਿਆ ਜਾ ਰਿਹਾ ਕੇਂਦਰ ਸਰਕਾਰ ਦੇ ਵੱਲੋਂ, ਅਤੇ ਤਿਆਰੀ ਉਹਨਾਂ ਨੇ ਇਹ ਦੱਸੀ ਹੈ ਕਿ ਇਸ ਦੇ ਪਿੱਛੇ ਜਿਹੜਾ ਖਦਸ਼ਾ ਉਹ ਰਾਸ਼ਟਰਪਤੀ ਰਾਜ ਜਿਹੜਾ ਲਾਗੂ ਕਰਨ ਦਾ। ਕਿਵੇਂ ਦੇਖਦੇ ਹੋ ਕਿ ਨਵਜੋਤ ਸਿੰਘ ਸਿੱਧੂ ਵਰਗਾ ਵੱਡਾ ਲੀਡਰ, ਨੈਸ਼ਨਲ ਲੈਵਲ ਦਾ ਜਿਹੜਾ ਲੀਡਰ ਹੈ, ਉਹ ਜਦੋਂ ਇਹ ਖਦਸ਼ਾ ਜਤਾਉਂਦਾ ਹੈ ਤਾਂ ਕਿਵੇਂ ਦੇਖਦੇ ਹੋ ਕਿ ਵਾਕਈ ਇੱਦਾਂ ਦੀ ਗੱਲ ਹੋ ਸਕਦੀ ਹੈ? ਦੇਖੋ, ਮੈਂ ਬਹੁਤ ਪਹਿਲਾਂ ਤੋਂ ਇਸ ਗੱਲ ਬਾਰੇ ਕਹਿੰਦਾ ਰਿਹਾ ਕਿ ਕੋਈ ਵੀ ਬਹਾਨਾ ਮਿਲਣ ਦੇ ਉੱਤੇ ਕੇਂਦਰ ਸਰਕਾਰ ਪੰਜਾਬ ਵਿੱਚ ਧਾਰਾ 356 ਜਿਹੜੀ ਲਗਾ ਕੇ ਗਵਰਨਰ ਰੂਲ ਜਾਂ ਰਾਸ਼ਟਰਪਤੀ ਰਾਜ ਲਾਉਣ ਦੀ ਤੋਂ ਪਿੱਛੇ ਨਹੀਂ ਹਟੂਗੀ। ਸਿਰਫ ਇਹ ਹੈ ਕਿ ਇਸ ਵਾਰੀ ਕਿਉਂਕਿ ਕਿਸਾਨ ਔਰ ਖਾਸ ਤੌਰ 'ਤੇ ਪੰਜਾਬ ਦੇ ਕਿਸਾਨ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਅੰਦੋਲਨ 'ਤੇ ਉਤਰੇ ਹੋਏ ਨੇ। ਇੱਕ ਚੀਜ਼ ਦੀ ਉਹਨਾਂ ਨੂੰ ਜ਼ਰੂਰ ਚਿੰਤਾ ਰਹੇਗੀ ਕਿ ਰਾਸ਼ਟਰਪਤੀ ਰਾਜ ਲਾਉਣ ਨਾਲ ਜੇ ਇਹ ਅੰਦੋਲਨ ਜਿਹੜਾ ਹੈ ਉਹ ਕਿਸੇ ਹਿੰਸਕ ਰੂਪ ਅਖਤਿਆਰ ਕਰ ਗਿਆ ਜਾਂ ਲੋਕ ਹੋਰ ਜ਼ਿਆਦਾ ਇਸ ਤੋਂ ਪ੍ਰਵੋਕ ਹੋ ਗਏ ਤਾਂ ਫਿਰ ਮੁਸ਼ਕਿਲ ਹੋ ਜਾਏਗੀ। ਸ਼ਾਇਦ ਇਸੇ ਕਰਕੇ ਉਹ ਥੋੜ੍ਹਾ ਜਿਹਾ ਹਜੇ ਹਿਚਕਿਚਾ ਰਹੇ ਨੇ। ਨਹੀਂ ਤਾਂ ਜਿਸ ਤਰ੍ਹਾਂ ਦਾ ਐਟੀਟਿਊਡ ਹੈ ਸਰਕਾਰ ਦਾ, ਉਹਨਾਂ ਨੇ ਇਹ ਧਾਰਾ 356 ਉਸ ਦਿਨ ਹੀ ਲਗਾ ਦੇਣੀ ਸੀ ਜਿਸ ਦਿਨ ਕਿਸਾਨ ਜਿਹੜੇ ਹੈ ਸ਼ੰਭੂ ਬੈਰੀਅਰ ਤੋਂ ਹਰਿਆਣੇ ਦੇ ਜਿਹੜੇ ਸਾਰੇ ਬੈਰੀਅਰ ਔਰ ਰੋਕਾਂ ਤੋੜ ਕੇ ਦਿੱਲੀ ਵੱਲ ਵਧੇ ਹੈ। ਉਹ ਬੜਾ ਵਧੀਆ ਮੌਕਾ ਸੀ ਇਹਨਾਂ ਵਾਸਤੇ ਇਸ ਧਾਰਾ 356 ਲਾਉਣ ਦਾ। ਸੋ ਹੁਣ ਵੀ ਜਿਹੜਾ ਹੈ, ਕਿਉਂਕਿ ਹੁਣ ਮੈਂ ਕੀ ਦੇਖ ਰਿਹਾ ਕਿ ਪਿਛਲੇ ਕੁਛ ਦਿਨਾਂ ਤੋਂ ਪੰਜਾਬ ਦੇ BJP ਦੇ ਜਿਹੜੇ ਇੱਥੇ ਕਾਰਜਕਰਤਾ ਨੇ, ਉਹਨਾਂ ਦੇ ਪ੍ਰਧਾਨ ਨੇ ਅਸ਼ਵਨੀ ਕੁਮਾਰ ਸ਼ਰਮਾ ਔਰ ਦੂਸਰੇ ਲੋਕ, ਉਹ ਕੋਈ ਨਾ ਕੋਈ ਬਹਾਨਾ ਇਸ ਤਰ੍ਹਾਂ ਦਾ ਬਣਾ ਰਹੇ ਨੇ ਕਿ ਉਹ ਕੌਨਫਰੰਟੇਸ਼ਨ ਜਿਹੜੀ ਹੈ, ਟਕਰਾਅ ਵਾਲੀ ਸਥਿਤੀ ਦੇ ਵਿੱਚ ਜਿਹੜਾ ਹੈ ਕਿਸਾਨਾਂ ਨਾਲ ਜਾਂ ਦੂਸਰੇ ਦਲਾਂ ਨਾਲ ਆਉਣ ਦੀ ਕੋਸ਼ਿਸ਼ ਕਰ ਰਿਹਾ। ਜਿਸ ਤਰ੍ਹਾਂ ਦੀਪਸ਼ਨ ਸੂਦ ਦੇ ਘਰ ਜਦੋਂ ਕਿਸਾਨਾਂ ਨੇ ਉਹਦੇ ਇਹ ਕਹਿਣ ਦੇ ਉੱਤੇ ਕਿ ਕਿਸਾਨ ਪਿਕਨਿਕ ਮਨਾਉਣ ਗਏ ਹੋਏ ਆ, ਉਹ ਗੁੱਸੇ 'ਚ ਆਏ ਕਿਸਾਨਾਂ ਨੇ ਉਹਦੇ ਘਰ ਦੇ ਬਾਹਰ ਗੋਹੇ ਦਾ ਜਿਹੜਾ ਹੈ ਢੇਰ ਲਗਾਇਆ, ਤਾਂ ਉੱਥੇ ਵੀ BJP ਵਾਲਿਆਂ ਨੇ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਲੁਧਿਆਣੇ ਵਿੱਚ ਜਿਹੜਾ ਹੈ ਇੱਥੇ ਕੱਲ੍ਹ BJP ਔਰ ਦੂਸਰੇ ਲੋਕ ਜਿਹੜੇ ਹੈ ਉਹਨਾਂ ਦੇ ਸਮਰਥਕਾਂ ਦੇ ਵਿੱਚ ਝੜਪ ਜਿਹੜੀ ਹੈ ਉਹ ਹੋਈ। ਜਿਹੜਾ ਬਿੱਟੂ ਹੈ ਸਾਡੇ ਸੰਸਦ ਮੈਂਬਰ ਜਿਹੜੇ ਰਵਨੀਤ ਬਿੱਟੂ, ਉਹਨਾਂ ਦੇ ਕਿਸੇ ਬਿਆਨ ਨੂੰ ਲੈ ਕੇ BJP ਵਾਲਿਆਂ ਨੇ ਮੌਕਾ ਮਿਲਿਆ ਹੋਇਆ। ਹਾਂ, ਸੋ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਇਸ ਤੋਂ ਕਈ ਵਾਰੀ ਔਰ ਫਿਰ ਪੰਜਾਬ ਦੇ ਰਾਜਪਾਲ ਜਿਹੜੇ ਹੈ ਗਵਰਨਰ VP ਸਿੰਘ ਬਦਨੌਰ, ਉਹਨਾਂ ਨੇ ਪੰਜਾਬ ਦੇ ਚੀਫ ਸੈਕਟਰੀ ਔਰ ਪੰਜਾਬ ਦੇ DGP ਨੂੰ ਤਲਬ ਕੀਤਾ। ਦੋਵੇਂ ਅਸੀਂ ਜਾਣਦੇ ਹਾਂ ਕਿ ਉਹ ਦੋਵੇਂ ਪਤੀ ਪਤਨੀ ਨੇ। ਚੀਫ ਸੈਕਟਰੀ ਜਿਹੜੇ ਨੇ ਵਿਨੀ ਮਹਾਜਨ, ਉਹਨਾਂ ਦੇ ਹਸਬੈਂਡ ਜਿਹੜੇ ਸਾਡੇ DGP ਨੇ ਦਿਨਕਰ ਗੁਪਤਾ, ਦੋਨਾਂ ਨੂੰ ਉਹਨਾਂ ਨੇ ਰਿਪੋਰਟ ਲੈਣ ਵਾਸਤੇ ਪਾਇਆ। ਔਰ ਮੁੱਖ ਮੰਤਰੀ ਨੇ ਇਤਰਾਜ਼ ਜ਼ਾਹਰ ਕੀਤਾ ਕਿ ਤੁਸੀਂ ਮੈਨੂੰ ਕਿਉਂ ਨਹੀਂ ਬੁਲਾਇਆ, ਕਿਉਂਕਿ ਦੋਵੇਂ ਮਹਿਕਮੇ ਮੇਰੇ ਅੰਦਰ ਨੇ, ਤੁਸੀਂ ਮੇਰੇ ਅਫਸਰਾਂ ਨੂੰ ਕਿਉਂ ਬੁਲਾਇਆ। ਤਾਂ ਇਸ ਤੋਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਕੇਂਦਰ ਸਰਕਾਰ ਦੇ ਮਨ 'ਚ ਸੋਚ ਹੈ ਕਿ ਜੇ ਕਿਉਂਕਿ ਕਿਸਾਨਾਂ ਨੇ ਇੱਕ ਪਾਸੇ ਕਿਹਾ ਕਿ 4 ਤਰੀਕ ਦੀ ਮੀਟਿੰਗ ਦੇ ਵਿੱਚੋਂ ਜੋ ਕੋਈ ਸਿੱਟਾ ਨਾ ਨਿਕਲਿਆ ਤੇ ਅਸੀਂ ਆਪਣਾ ਅੰਦੋਲਨ ਵੀ ਤੇਜ਼ ਕਰਾਂਗੇ, ਤੇ ਹੋ ਸਕਦਾ ਉਸ ਨੂੰ ਸਾਰੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਇਸ ਚੀਜ਼ ਦੇ ਬਾਰੇ ਵਿਚਾਰ ਕਰ ਰਹੇ ਹੋਣ, ਗੌਰ ਕਰ ਰਹੇ ਹੋਣ ਕਿ ਅਸੀਂ ਜਿਹੜਾ ਹੈ ਉਹ ਧਾਰਾ 356 ਲਾ ਕੇ ਤੇ ਅਗਲੀ ਕਾਰਵਾਈ ਜਿਹੜੀ ਕਰੀਏ। ਸੋ ਸਿੱਧੂ ਨੇ ਜੋ ਕਿਹਾ ਉਹ ਉਸ ਦੀ ਬੜੀ ਦੇਰ ਤੋਂ ਮੈਂ ਮਹਿਸੂਸ ਕਰਦਾ ਕਿ ਪੋਸੀਬਿਲਿਟੀ ਹੈ, ਉਹਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ। ਔਰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕੇਂਦਰ ਸਰਕਾਰ ਜਿਹੜੀ ਹੈ ਕੋਈ ਕਦਮ ਲੈਂਦੀ। ਤੁਹਾਨੂੰ ਲੱਗਦਾ ਭੁੱਗਲ ਸਾਹਿਬ ਜਿਸ ਤਰੀਕੇ ਦੇ ਨਾਲ ਕਿਸਾਨ ਲਗਾਤਾਰ ਡਟੇ ਹੋਏ ਨੇ, ਆਪਣੀਆਂ ਮੰਗਾਂ ਤੇ ਅੜੇ ਹੋਏ ਨੇ, ਬੇਸ਼ੱਕ ਇਹਨਾਂ ਦੇ ਵੱਲੋਂ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ, ਪਰ ਉਹ ਕਹਿੰਦੇ ਕਿ ਨਹੀਂ ਅਸੀਂ ਕਾਨੂੰਨ ਰੱਦ ਕਰਵਾਉਣੇ ਆ, ਇਹ ਸਾਡੇ ਲਈ ਨਹੀਂ ਹੈਗੇ, ਤਾਂ ਦੂਜੇ ਪਾਸੇ ਹਮਦਰਦੀ ਦਿਖਾਉਣ ਦੀ ਬਜਾਏ ਪੰਜਾਬ ਦੀ ਲੀਡਰਸ਼ਿਪ ਜਿਹੜੀ BJP ਦੀ ਆ ਉਹ ਕਿਸਾਨਾਂ ਦੇ ਨਾਲ ਹਮਦਰਦੀ ਦਿਖਾਉਣ ਦੀ ਬਜਾਏ, ਜਿਵੇਂ ਆਪਾਂ ਹਰਜੀਤ ਗਰੇਵਾਲ ਲੈ ਲਈਏ, ਦੀਪਸ਼ਨ ਸੂਦ ਦਾ ਇਹ ਬਿਆਨ ਲੈ ਲਈਏ, ਤਾਂ ਇਹ ਬਿਆਨ ਜਾਣ ਬੁੱਝ ਕੇ ਇਸ ਵੱਲ ਇਸ਼ਾਰਾ ਨਹੀਂ ਕਰਦੇ ਕਿ ਕਿਸਾਨਾਂ ਨੂੰ ਜਾਣ ਬੁੱਝ ਕੇ ਉਕਸਾਇਆ ਜਾ ਰਿਹਾ ਹੈ ਅਜਿਹੀਆਂ ਘਟਨਾਵਾਂ ਘਟਨਾਉਣ ਦੇ ਲਈ। ਕਿਉਂਕਿ ਜਿਸ ਤਰੀਕੇ ਦੇ ਨਾਲ ਵਾਰ-ਵਾਰ ਉਹਨਾਂ 'ਤੇ ਅਜਿਹੇ ਬਿਆਨ, ਤੁਸੀਂ ਇੱਕ ਪਾਸੇ ਤਾਂ ਮੌਤਾਂ ਹੋ ਰਹੀਆਂ ਨੇ, ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਪਿਕਨਿਕ ਮਨਾ ਰਹੇ ਹੋ,
ਦੂਜੇ ਪਾਸੇ ਜਾਂ ਇੱਕ ਮੀਟਿੰਗਾਂ ਹੋ ਰਹੀਆਂ ਨੇ ਤੇ ਦੂਜੇ ਪਾਸੇ ਅਜੀਤ ਗਰੇਵਾਲ ਕਹਿ ਰਹੇ ਨੇ ਜੋ ਮਰਜ਼ੀ ਹੋ ਜੇ, ਬਥੇਰੀ ਅਸੀਂ ਕਿਸਾਨਾਂ ਦੀ ਇੱਜ਼ਤ ਕਰ ਲਈ, ਹੁਣ ਕਾਨੂੰਨ ਰੱਦ ਨਹੀਂ ਹੋਣੇ। ਇੱਕ ਪਾਸੇ ਮਾਮਲਾ ਖਤਮ ਕਰਨ ਦੀ ਗੱਲ ਕਹੀ ਜਾ ਰਹੀ ਹੈ, ਦੂਜੇ ਪਾਸੇ ਜਾਣਬੁੱਝ ਕੇ ਕੁਝ ਘਟਨਾਵਾਂ ਵਾਪਰਾਉਣ ਦੇ ਲਈ ਜਾਣਬੁੱਝ ਕੇ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ। ਇਸ ਵੱਲ ਇਸ਼ਾਰਾ ਨਹੀਂ ਕਰਦਾ ਜੀ? ਬਿਲਕੁਲ ਇਸ਼ਾਰਾ ਕਰਦਾ। ਮੈਂ ਇਸ ਤੋਂ ਵੀ ਵੱਧ ਕੇ ਇੱਕ ਗੱਲ ਕਹੂੰਗਾ ਕਿ ਜਦੋਂ ਵੀ ਸਰਕਾਰ ਲੋਕਤੰਤਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਟੈਪ ਲੈਂਦੀ ਹੈ ਕਿ ਅਸੀਂ ਮਾਮਲੇ ਨੂੰ ਨਿਬੜਨਾ, ਮਾਮਲੇ ਨੂੰ ਅਸੀਂ ਜਿਹੜਾ ਹੈ ਖਤਮ ਕਰਨਾ ਆਪਸੀ ਗੱਲਬਾਤ ਦੇ ਨਾਲ, ਤਾਂ ਸਰਕਾਰ ਤਾਂ ਕੋਈ ਪਹਿਲ ਕਦਮ ਕਰਦੀ ਹੈ ਔਰ ਨਾਲ ਹੀ ਸਰਕਾਰ ਚਲਾ ਰਹੀ ਜਿਹੜੀ ਪੋਲੀਟੀਕਲ ਪਾਰਟੀ ਹੁੰਦੀ ਹੈ ਜਾਂ ਉਹਦੇ ਸਹਿਯੋਗੀ ਹੁੰਦੇ ਨੇ, ਉਹਨਾਂ ਨੂੰ ਇਸ਼ਾਰਾ ਹੁੰਦਾ ਕਿ ਉਹ ਉਸ ਤਰੀਕੇ ਦਾ ਮਾਹੌਲ ਬਣਾਉਣ ਤਾਂ ਕਿ ਮਾਮਲਾ ਜਿਹੜਾ ਹੈ ਉਹ ਨਿਬੇੜਿਆ ਜਾ ਸਕੇ। ਇੱਥੇ ਉਸਦੇ ਬਿਲਕੁਲ ਉਲਟ ਹੋ ਰਿਹਾ। ਸਰਕਾਰ ਜਿਹੜੀ ਹੈ ਉਹ ਜਦੋਂ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਤਾਂ ਉਹਨਾਂ ਨੇ ਮਿਨਿਸਟਰਸ ਦੀ ਜਿਹੜੀ ਹੈ ਕਮੇਟੀ ਬਣਾਈ। ਨਰਿੰਦਰ ਸਿੰਘ ਤੋਮਰ ਐਗਰੀਕਲਚਰ ਮਿਨਿਸਟਰ ਨੇ ਸੱਦਾ ਪੱਤਰ ਭੇਜਿਆ ਔਰ ਉਹ 6 ਵਾਰ ਜਿਹੜੀਆਂ ਮੀਟਿੰਗ ਹੋ ਚੁੱਕੀਆਂ। 4 ਤਰੀਕ ਨੂੰ ਫਿਰ ਮੀਟਿੰਗ ਹੋਏਗੀ। ਲੇਕਿਨ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੇ ਵਿੱਚ ਬੈਠੀ ਪਾਰਟੀ ਦੇ ਜਿਹੜੇ ਅਹੁਦੇਦਾਰ ਨੇ, ਜਿਹੜੇ ਉਹਨਾਂ ਦੇ ਮੈਂਬਰ ਨੇ ਪੰਜਾਬ ਦੇ ਵਿੱਚ, ਖਾਸ ਤੌਰ 'ਤੇ ਸੂਬਾ ਪ੍ਰਧਾਨ ਔਰ ਦੂਸਰੇ ਲੀਡਰਾਂ ਜਿਹੜੇ ਹੈ, ਉਹਨਾਂ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਸਰਕਾਰ ਦੀ ਉਸ ਅਪਰੋਚ ਦੇ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ। ਸੋ ਉੱਥੋਂ ਸ਼ੱਕ ਪੈਦਾ ਹੁੰਦਾ ਹੈ ਕਿ ਨਾ ਤਾਂ ਸਰਕਾਰ ਜਿਹੜੀ ਹੈ ਉਹ ਓਨੈਸਟਲੀ ਇਸ ਤਰ੍ਹਾਂ ਦੇ ਕਦਮ ਲੈ ਰਹੀ ਹੈ ਔਰ ਨਾ ਹੀ ਜਿਹੜੀ ਹੈ ਕੁਛ ਜਿਹੜੇ ਇਸ ਸਾਡੇ ਮੁਲਕ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਕਤੀਆਂ ਹੈ ਜਿਹੜੀਆਂ ਚਾਹੁੰਦੀਆਂ ਨਹੀਂ ਕਿ ਇਹ ਮਸਲਾ ਹੱਲ ਹੋ ਜਾਏ, ਜਾਂ ਜਿਹੜੀਆਂ ਇਹ ਚਾਹੁੰਦੀਆਂ ਕਿ ਜਿਸ ਕਾਰਪੋਰੇਟ ਜਗਤ ਦੇ ਖਤਰੇ ਵੱਲ ਬਾਰ-ਬਾਰ ਸਾਡੇ ਜਿਹੜੇ ਬੁੱਧੀਜੀਵੀ ਔਰ ਦੂਸਰੇ ਲੋਕ ਇਸ਼ਾਰਾ ਕਰਦੇ ਰਹੇ ਨੇ ਕਿ ਉਹਨਾਂ ਦਾ ਜਿਹੜਾ ਹੈ ਦਬਦਬਾ ਇਸ ਮੁਲਕ ਦੇ ਵਿੱਚ ਹੋ ਜਾਏ। ਸੋ ਇਹ ਆਪਣੇ ਆਪ 'ਚ ਬਹੁਤ ਹੀ ਇੱਕ ਜਿਹੜੀ ਹੈ ਗੁੰਝਲਦਾਰ ਸਥਿਤੀ ਬਣੀ ਹੋਈ ਹੈ। ਜੀ, ਇੱਕ ਪਾਸੇ ਇਹ ਵੀ ਗੱਲ ਕਿ ਜਿਸ ਤਰੀਕੇ ਨਾਲ ਆਪਾਂ ਪੰਜਾਬੀ ਇੰਡਸਟਰੀ ਦਲਜੀਤ ਦੀ ਗੱਲ ਲੈ ਲਈਏ ਤਾਂ ਦਲਜੀਤ ਜਿਹੜੇ ਹੈਗੇ ਆ ਉਹਨਾਂ ਨੇ ਕਿਸਾਨਾਂ ਦੀ ਮਦਦ ਕੀਤੀ, ਕਿਸਾਨ ਅੰਦੋਲਨ ਦੇ ਵਿੱਚ ਪਹੁੰਚੇ, ਲਗਾਤਾਰ ਕਿਸਾਨਾਂ ਦੀ ਗੱਲ ਵੀ ਚੁੱਕ ਰਹੇ ਨੇ। ਤਾਂ ਜਿਸ ਤਰੀਕੇ ਦੇ ਉਹਨਾਂ ਵੱਲੋਂ 1 ਕਰੋੜ ਦਾ ਸਹਾਇਤਾ ਦਿੱਤੀ ਗਈ ਹੈ ਕਿਸਾਨਾਂ ਨੂੰ, ਤਾਂ ਉਹਨਾਂ ਦੇ ਉੱਪਰ ਵੀ ਕੋਈ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ, ਇਨਕਮ ਟੈਕਸ ਦੀ ਰੇਡ ਕਹੀ ਜਾ ਰਹੀ ਹੈ, ਕਿਤੇ ਨਾ ਕਿਤੇ ਫਿਰ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂ, ਇਹ ਵੀ ਅਖਬਾਰਾਂ ਦੇ ਵਿੱਚ ਵੀ ਮੈਂ ਅੱਜ ਪੜ੍ਹਿਆ ਕਿ ਦਲਜੀਤ ਦੋਸਾਂਝ ਦੇ ਉੱਤੇ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵੀ ਉਸੇ ਪਾਸੇ ਇਸ਼ਾਰਾ ਕਰਦੀ ਹੈ ਕਿ ਸਰਕਾਰ ਨੂੰ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਇਸ ਵੇਲੇ ਨਹੀਂ ਕਰਨੀ ਚਾਹੀਦੀ, ਤਾਂ ਕਿ ਮਾਹੌਲ ਇਸ ਤਰ੍ਹਾਂ ਦਾ ਬਣੇ ਕਿ ਸਾਰਿਆਂ ਨੂੰ ਲੱਗੇ ਕਿ ਹਾਂ ਸਰਕਾਰ ਵਾਕਈ ਇੰਟਰਸਟਿਡ ਹੈ ਕਿ ਇਸ ਮਾਮਲੇ ਦੇ ਉੱਤੇ ਕੋਈ ਜਿਹੜਾ ਹੈ ਆਪਸੀ ਸਹਿਮਤੀ ਨਾਲ ਕੋਈ ਹੱਲ ਕੱਢਿਆ ਜਾ ਸਕੇ। ਲੇਕਿਨ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਨਾ ਤਾਂ ਸਰਕਾਰ ਦੀ ਧਿਰ ਦੇ ਵਿੱਚ ਬੈਠੀ ਪਾਰਟੀ ਦੇ ਲੀਡਰਾਂ ਦੇ ਉਹੋ ਜਿਹੇ ਤੇਵਰ ਨੇ, ਤੇ ਨਾ ਹੀ ਸਰਕਾਰ ਦੂਜੇ ਪਾਸੇ ਜਿਹੜੀਆਂ ਐਕਟੀਵਿਟੀਜ਼, ਹੁਣ ਜੇ ਦਲਜੀਤ ਦੋਸਾਂਝ ਨੇ ਜਾਂ ਕੁਛ ਲੋਕਾਂ ਨੇ ਜਿਹੜੇ ਹੈ ਉਹ ਕਿਸਾਨਾਂ ਦੀ ਮਦਦ ਲਈ ਕੁਛ ਫੰਡ ਰਿਲੀਜ਼ ਕੀਤੇ ਨੇ, ਦਿੱਤੇ ਨੇ, ਉਸ ਤੌਰ 'ਤੇ ਉਹ ਹਿਸਾਬ ਵੀ ਦੇ ਦੇਣਗੇ, ਇਹਦੇ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਅੱਜ ਕੱਲ੍ਹ ਹਰ ਚੀਜ਼ ਟਰਾਂਸਪੇਰੈਂਟ ਹੈ। ਤਾਂ ਇਹ ਜਿਹੜੀ ਕਾਰਵਾਈ ਹੈ, ਬਦਲਾ ਲਊ ਕਾਰਵਾਈ ਕਿਸਮ ਜਿਹੜੀ ਨਜ਼ਰ ਆਉਂਦੀ ਹੈ, ਸੋ ਇਸ ਦੀ ਤਾਂ ਨਿੰਦਾ ਕੀਤੀ ਹੀ ਜਾਣੀ ਚਾਹੀਦੀ ਹੈ। ਔਰ ਦੂਸਰੇ ਲੋਕਾਂ ਨੂੰ ਡਿਸਕਰੇਜ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਕਿਸਾਨਾਂ ਦੀ ਮਦਦ ਨਾ ਹੋਵੇ। ਉਹਨਾਂ ਨੂੰ ਲੱਗਦਾ ਕਿ ਕਿਸਾਨ ਜਿਹੜੇ ਹੈ ਉਹ ਇਸ ਤਰ੍ਹਾਂ ਦੀ ਮਦਦ ਆਉਣ ਕਰਕੇ ਹੀ ਉੱਥੇ ਡਟੇ ਹੋਏ ਆ, ਜੇ ਇਹ ਮਦਦ ਹੌਲੀ ਹੌਲੀ ਬੰਦ ਹੋ ਜੂ ਤੇ ਕਿਸਾਨਾਂ ਨੂੰ ਮਜਬੂਰਨ ਉੱਥੋਂ ਉੱਠਣਾ ਪਊ। ਸੋ ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿਸ ਬਿਨਾਂ ਦੇ ਉੱਤੇ ਸਰਕਾਰ ਇਹ ਕਿਆਸਾਈਆਂ ਲਗਾ ਰਹੀ ਹੈ ਔਰ ਕਿਸ ਬਿਨਾਂ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੀ ਹੈ। ਪਰ ਜੋ ਵੀ ਕਾਰਵਾਈ ਇਹ ਕੀਤੀ ਗਈ ਹੈ ਇਹ ਨਹੀਂ ਸੀ ਕੀਤੀ ਜਾਣੀ, ਇਹ ਨਿੰਦਾ ਇਸ ਦੀ ਕੀਤੀ ਜਾਣੀ ਚਾਹੀਦੀ, ਨਿੰਦਣਯੋਗ ਹੈ। ਔਰ ਮੈਂ ਨਹੀਂ ਸਮਝਦਾ ਕਿ ਦਲਜੀਤ ਦੋਸਾਂਝ ਜਾਂ ਦੂਸਰੇ ਲੋਕ ਜੋ ਕਿਸਾਨਾਂ ਦੀ ਮਦਦ ਕਰ ਰਹੇ ਨੇ ਔਰ ਜੋ ਕਰਦੇ ਰਹਿਣਗੇ ਉਹ ਇਸ ਤੋਂ ਕਿਸੇ ਤਰੀਕੇ ਨਾਲ ਵੀ ਜਿਹੜਾ ਹੈ ਉਹ ਡਿਸਕਰੇਜ ਹੋਣਗੇ। ਇਹ ਜਿਹੜਾ ਟ੍ਰੈਂਡ ਹੈ ਜਾਰੀ ਰਹੇਗਾ, ਮੈਨੂੰ ਇਸ ਦੀ ਪੂਰੀ ਉਮੀਦ ਹੈ। ਭੋਗਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ PS ਭੋਗਲ ਸਾਹਿਬ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੇ ਉੱਪਰ ਬਹੁਤ ਸਾਰੀਆਂ ਖਬਰਾਂ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਹੈ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ PS ਭੋਗਲ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਉਣਗੇ। ਫਿਲਹਾਲ ਲਈ ਮੈਨੂੰ ਇਜਾਜ਼ਤ। ਧੰਨਵਾਦ ਤੁਹਾਡਾ ਔਰ ਸਾਰੇ ਸਰੋਤਿਆਂ ਨੂੰ ਵੀ ਸਾਡਾ ਧੰਨਵਾਦ। ਧੰਨਵਾਦ ਜੀ, ਧੰਨਵਾਦ।